ਤੁਸੀਂ ਫਲੋਰ ਦੇ ਵਿੱਚ ਵੀ ਦੇਖਿਆ ਵੀ ਕਿਸਾਨਾਂ ਨੇ ਤੁਹਾਡੇ ਘਰ ਦਾ ਵੀ ਘਿਰਾਓ ਕੀਤਾ। ਤੁਸੀਂ ਬਾਕੀ ਪਾਰਟੀਆਂ ਛੱਡ ਕੇ ਸਿਰਫ ਬੀਜੇਪੀ ਨੂੰ ਹੀ ਕਿਉਂ ਜੁਆਇਨ ਕੀਤਾ? ਦੇਖੋ, ਜਿਹੜੀ ਤੁਸੀਂ ਬੈਠਣ ਦੀ ਗੱਲ ਕਰਦੇ ਆ, ਜਿਹੜੀ ਬੈਠਣ ਦੀ ਗੱਲ ਆ, ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿੱਥੇ ਝਗੜਾ ਲੱਗੇ ਨਾ ਕਿ ਜਾਣ ਦੇ ਨਾਲ ਕੋਈ ਝਗੜਾ ਹੋਏਗਾ, ਕਿਉਂਕਿ ਕਿਸਾਨਾਂ ਨੂੰ ਰਾਜਨੀਤਿਕ ਲੋਕਾਂ ਨੇ ਬਹੁਤ ਵਰਤਿਆ। ਸੌਰੀ ਮੈਂ ਤੁਹਾਡੀ ਵਿੱਚ ਗੱਲ ਟੋਕੀ। ਤੁਸੀਂ ਬੱਬੂ ਮਾਨ ਦਾ ਨਾਂ ਲਿਆ। ਜਿਹੜਾ ਬੱਬੂ ਮਾਨ ਆ ਉਹ ਇੱਕ ਮਿਊਜ਼ਿਕ ਵਪਾਰੀ ਆ। ਉਹਦਾ ਜਾਣਾ ਵੈਸੇ ਹੀ ਮਤਲਬ ਇੱਕ ਉਹਦਾ ਆਪਣਾ ਜਾਣਾ ਹੀ ਆਪਣੇ ਜਦੋਂ ਸਿਸਟਮ ਨੂੰ ਬਿਜ਼ਨਸ ਨੂੰ ਸੈੱਟ ਰੱਖਣਾ ਉਹਦਾ ਜਾਣਾ ਬਣਦਾ ਹੀ ਸੀ, ਉਹਨੇ ਚੱਲ ਜਾਣਾ ਸੀ। ਸਾਰਿਆਂ ਨੂੰ ਪਤਾ ਸੀ ਕਿ ਉਹ ਮਿਊਜ਼ਿਕ ਆਪਣਾ ਮਿਊਜ਼ਿਕ ਜਿਹੜਾ ਉਹ ਕੰਪਨੀ ਵਗੈਰਾ ਚਲਾ ਰਿਹਾ ਉਹਦੇ ਕਰਕੇ ਗਏ ਆ। ਜਦੋਂ ਇਹ ਕਹਿੰਦੇ ਕਿਸਾਨ ਤੇ ਮਜ਼ਦੂਰ ਏਕਤਾ, ਤੁਸੀਂ ਦੱਸੋ ਬੱਬੂ ਮਾਨ ਮਜ਼ਦੂਰਾਂ ਦੇ ਲਈ ਕਦੋਂ ਗਿਆ? ਔਰ ਬੱਬੂ ਮਾਨ ਨੇ ਜਿਹੜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਲਈ ਅਪਸ਼ਬਦ ਘਟੀਆ ਸ਼ਬਦਾਵਲੀ ਵਰਤੀ ਆ, ਔਰ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਉਹਨਾਂ ਨੂੰ ਫਲੋਰ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੂ ਸੰਧੀ। ਜਿਵੇਂ ਕਿ ਤੁਹਾਨੂੰ ਪਤਾ ਵੀ ਫਲੋਰ ਲਾਈਵ ਦੇ ਉੱਤੇ ਅਸੀਂ ਜਿਹੜਾ ਤੁਹਾਡੇ ਨਾਲ ਨਵੇਂ ਚਿਹਰੇ ਆ ਰੂਬਰੂ ਕਰਾਉਂਦੇ ਰਹਿੰਦੇ ਆ। ਅੱਜ ਸਾਡੇ ਨਾਲ ਆ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਰਣਜੀਤ ਪਵਾਰ ਜੀ ਆ, ਜਿਨ੍ਹਾਂ ਨੂੰ ਫਲੋਰ ਨਹੀਂ ਬਲਕਿ ਜ਼ਿਲ੍ਹਾ ਜਲੰਧਰ ਦਾ 22 ਦਿਹਾਤੀ ਪ੍ਰਧਾਨ ਜਿਹੜਾ ਨਿਯੁਕਤ ਕੀਤਾ ਗਿਆ ਸੀ, ਉਹ ਸਾਡੇ ਨਾਲ ਇਸ ਵੇਲੇ ਮੌਜੂਦ ਆ। ਉਹਨਾਂ ਦਾ ਜਿਹੜਾ ਇਸ ਵੇਲੇ ਜੇ ਫਲੋਰ 'ਚ ਵੀ ਦੇਖਿਆ ਜਾਵੇ ਕਾਫੀ ਜਿਹੜਾ ਇਸ ਵੇਲੇ ਦਬਦਬਾ ਬਣ ਚੁੱਕਿਆ ਭਾਰਤੀ ਜਨਤਾ ਪਾਰਟੀ ਦਾ। ਵੀ ਕਿਤੇ ਨਾ ਕਿਤੇ ਇਹ ਵੀ ਗੱਲਾਂ ਹੋ ਰਹੀਆਂ ਵੀ ਇਸ ਵਾਰ ਆ ਜਿਹੜਾ ਫਲੋਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆ ਜਿਹੜੀ ਉਹ ਵੀ ਜਿਹੜੀ ਇੱਥੋਂ ਸੀਟ ਲੜਦੇ ਹੋਏ ਨਜ਼ਰ ਆਵੇਗੀ। ਸਾਡੇ ਨਾਲ ਰਣਜੀਤ ਪਵਾਰ ਜੀ ਮੌਜੂਦ ਹੈ ਇੱਥੇ। ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਇਹਨਾਂ ਦਾ ਕਹਿਣਾ, ਆਓ ਮਿਲਦੇ ਆ। ਸਤਿ ਸ਼੍ਰੀ ਅਕਾਲ ਸਰ ਜੀ। ਪਹਿਲਾਂ ਤਾਂ ਤੁਹਾਡਾ ਫਲੋਰ ਲਾਈਵ ਤੇ ਬਹੁਤ ਬਹੁਤ ਸਵਾਗਤ ਹੈ, ਜੋ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਇੰਨਾ ਟਾਈਮ। ਬਹੁਤ ਬਹੁਤ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਮੈਂ ਫਲੋਰ ਲਾਈਵ ਚੈਨਲ ਦਾ ਆਪਣੇ ਤੇ ਆਪਣੀ ਪਾਰਟੀ ਵੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਸਮੇਂ ਦੇ ਵਿੱਚੋਂ ਕੀਮਤੀ ਸਮਾਂ ਕੱਢਿਆ, ਤੇ ਮੈਂ ਬਹੁਤ ਦਿਲੋਂ ਧੰਨਵਾਦੀ ਹਾਂ। ਇੱਕ ਸਰ ਜੀ ਅੱਜ ਤੁਸੀਂ ਟਾਈਮ ਕੱਢਿਆ, ਅਸੀਂ ਜਾਣਨਾ ਚਾਹੁੰਦੇ ਹਾਂ ਜਿਵੇਂ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਜੁਆਇਨ ਕੀਤੀ ਹੈ ਪਿਛਲੇ ਲੰਬੇ ਸਮੇਂ ਤੋਂ। ਜਿਹੜਾ ਫਲੋਰ ਦੇ ਵਿੱਚ ਕੋਈ ਵੀ ਭਾਰਤੀ ਜਨਤਾ ਪਾਰਟੀ ਤੋਂ ਚੋਣ ਦੇ ਲਈ ਵੀ ਬੰਦਾ ਮੈਦਾਨ ਦੇ ਵਿੱਚ ਨਹੀਂ ਉਤਰ ਰਿਹਾ ਸੀ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਤੁਹਾਨੂੰ ਮੈਦਾਨ ਦੇ ਵਿੱਚ ਸੁਣਨੇ ਨੂੰ ਆ ਰਿਹਾ ਵੀ ਤੁਹਾਨੂੰ ਉਤਾਰਿਆ ਜਾਵੇਗਾ, ਅਤੇ ਇੱਥੇ ਤੱਕ ਵੀ ਇਹ ਜਿੱਦਣ ਤੁਸੀਂ ਪਾਰਟੀ ਜੁਆਇਨ ਕੀਤੀ ਸੀ ਤੁਹਾਡਾ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ। ਅਤੇ ਹੁਣ ਕਿਸਾਨ ਆ ਜਿਹੜਾ ਸੰਘਰਸ਼ ਚੱਲ ਰਿਹਾ, ਜਿਵੇਂ ਤੁਹਾਨੂੰ ਪਤਾ ਦਿੱਲੀ ਦੀਆਂ ਹੱਦਾਂ 'ਤੇ ਬਰੂਹਾਂ 'ਤੇ ਕਿਸਾਨ ਬੈਠੇ ਹੋਏ ਆ। ਪਰ ਤੁਸੀਂ ਫਲੋਰ ਦੇ ਵਿੱਚ ਵੀ ਦੇਖਿਆ ਵੀ ਕਿਸਾਨਾਂ ਨੇ ਤੁਹਾਡੇ ਘਰ ਦਾ ਵੀ ਘਿਰਾਓ ਕੀਤਾ। ਤੁਸੀਂ ਬਾਕੀ ਪਾਰਟੀਆਂ ਛੱਡ ਕੇ ਸਿਰਫ ਬੀਜੇਪੀ ਨੂੰ ਹੀ ਕਿਉਂ ਜੁਆਇਨ ਕੀਤਾ? ਦੇਖੋ, ਸਭ ਤੋਂ ਪਹਿਲਾਂ ਮੈਂ ਜੁਆਇਨ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ, ਮੈਂ ਕਾਫੀ ਲੰਬੇ ਸਮੇਂ ਤੋਂ ਸੋਚ ਰਿਹਾ ਸੀ ਕਿ ਮੈਂ NGO ਤਾਂ ਆਪ ਸਭ ਨੂੰ ਪਤਾ ਹੀ ਹੈ ਕਿ ਮੈਂ NGO ਤਾਂ ਚਲਾਉਂਦਾ ਹੀ ਸੀ। ਮੈਂ ਕਾਫੀ ਲੰਬੇ ਸਮੇਂ ਤੋਂ ਸੋਚ ਰਿਹਾ ਸੀ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਜਾ ਕੇ ਸਮਾਜ ਦੇ ਖੇਤਰ ਦੇ ਵਿੱਚ ਕੰਮ ਕੀਤਾ ਜਾਵੇ। ਪਰ ਜਦੋਂ ਮੈਂ ਕਾਂਗਰਸ, ਅਕਾਲੀ ਤੇ ਆਪ ਵੱਲ ਨਿਗਾਹ ਮਾਰੀ ਤੇ ਮੈਨੂੰ ਇਹਨਾਂ ਦੇ ਵਿੱਚ ਕੋਈ ਮਜ਼ਬੂਤੀ ਨਜ਼ਰ ਨਹੀਂ ਆਈ। ਕਿਉਂਕਿ ਜੇ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਦੇ ਵਿੱਚ ਦੇਖੀਏ ਤਾਂ ਉਹਨਾਂ ਦਾ ਆਪਣਾ ਕਲੇਸ਼ ਹੀ ਨਹੀਂ ਖਤਮ ਹੋ ਰਿਹਾ, ਅਤੇ ਜੇ ਅਕਾਲੀ ਦਲ ਦੀ ਕਰੀਏ ਤਾਂ ਉਹ ਵੀ ਜਦੋਂ ਦੀ ਭਾਰਤੀ ਜਨਤਾ ਪਾਰਟੀ ਤੋਂ ਅਲੱਗ ਹੋਈ ਆ ਤਾਂ ਉਹਨਾਂ ਦਾ ਵੀ ਕਿੰਨਾ ਕੁ ਪ੍ਰਭਾਵ ਆਪ ਸਭ ਨੂੰ ਪਤਾ ਹੀ ਹੈ। ਅਤੇ ਆਪ ਦੀ ਗੱਲ ਕਰੀਏ, ਆਪ ਦਾ ਇੱਥੇ ਪੰਜਾਬ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਪ੍ਰਭਾਵ ਹੀ ਨਹੀਂ ਰਿਹਾ। ਅਤੇ ਜੇ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਇੱਕ ਸਰਬਪੱਖੀ ਪਾਰਟੀ ਹੈ ਔਰ ਦੇਸ਼ ਹਿੱਤ ਦੇ ਵਿੱਚ ਕੰਮ ਕਰ ਰਹੀ ਹੈ। ਜਦੋਂ ਮੈਂ ਗਹਿਰਾਈ 'ਚ ਜਾ ਕੇ ਭਾਰਤੀ ਜਨਤਾ ਪਾਰਟੀ ਬਾਰੇ ਮਤਲਬ ਸਰਚ ਕੀਤੀ ਤਾਂ ਮੈਨੂੰ ਲੱਗਾ ਕਿ ਇੱਕ ਭਾਰਤੀ ਜਨਤਾ ਪਾਰਟੀ ਇਹੋ ਜਿਹੀ ਪਾਰਟੀ ਹੈ ਜਿਹੜੀ ਦੇਸ਼ ਦੇ ਵਿੱਚ ਦੇਸ਼ ਹਿੱਤ ਦੇ ਲਈ, ਦੇਸ਼ ਨੂੰ ਸੋਹਣਾ ਬਣਾਉਣ ਦੇ ਲਈ ਕੰਮ ਕਰ ਰਹੀ ਹੈ। ਔਰ ਦੂਸਰਾ ਤੁਹਾਡਾ ਨਾਲ ਹੀ ਸਵਾਲ ਸੀ ਕਿ ਕਿਸਾਨਾਂ ਨੇ ਮੇਰਾ ਘਿਰਾਓ ਕੀਤਾ ਜਾਂ ਜੋ ਵੀ ਉਹਨਾਂ ਨੇ ਵਿਰੋਧ ਕੀਤਾ ਮੇਰਾ ਸ਼ਾਮਲ ਟਾਈਮ, ਅਤੇ ਮੈਨੂੰ
ਲੱਗ ਨਹੀਂ ਰਿਹਾ ਕਿ ਉਹਦੇ ਵਿੱਚ ਕੋਈ ਜ਼ਿਆਦਾ ਕਿਸਾਨ ਸੀ। ਚਲੋ ਜੇ ਕੀਤਾ ਵੀ ਆ ਤਾਂ ਉਹ ਵੀ ਮੇਰੇ ਭਰਾ ਨੇ, ਪਰ ਮੈਨੂੰ ਉਹ ਵੀ ਇੱਕ ਰਾਜਨੀਤਿਕ ਚਾਲ ਜੀ ਲੱਗੀ ਕਿ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਦਾ ਜ਼ਿਆਦਾ ਯੋਗਦਾਨ ਰਿਹਾ ਘਰਾਓ ਕਰਾਉਣ ਦੇ ਵਿੱਚ ਵੀ। ਮੈਨੂੰ ਉਹਨਾਂ ਤੇ ਵੀ ਕੋਈ ਇਤਰਾਜ਼ ਨਹੀਂ, ਉਹ ਮੇਰੇ ਭਰਾ ਨੇ, ਕਿਸਾਨ ਮੇਰੇ ਭਰਾ ਨੇ। ਪਰ ਜੇ ਆਉਣ ਵਾਲੇ ਸਮੇਂ ਦੀ ਗੱਲ ਕਰੀਏ, ਜਿੱਦਾਂ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਬੀਜੇਪੀ ਦਾ ਵਿਰੋਧ ਕੀਤਾ ਜਾ ਰਿਹਾ, ਪਿੰਡਾਂ ਦੇ ਵਿੱਚ ਆ ਜਿਹੜਾ ਉਹਨਾਂ ਨੂੰ ਆਉਣ ਦੀ ਵੀ ਮਨਾਹੀ ਕੀਤੀ ਜਾ ਰਹੀ ਹੈ, ਇੱਥੇ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਵੀ ਵਿਰੋਧ ਕੀਤਾ ਜਾ ਰਿਹਾ, ਹੋਰ ਰਾਜਨੀਤਿਕ ਪਾਰਟੀਆਂ ਦਾ ਵਿਰੋਧ ਕੀਤਾ ਜਾ ਰਿਹਾ। ਹੁਣ ਕੱਲ੍ਹ ਨੂੰ ਅਗਰ ਪਾਰਟੀ ਤੁਹਾਨੂੰ ਹਾਈ ਕਮਾਂਡ ਆ ਜਿਹੜੀ ਇੱਥੋਂ ਟਿਕਟ ਦੇ ਕੇ ਨਵਾਜ਼ਦੀ ਆ ਵੀ ਤੁਸੀਂ ਆਪਣੀ ਕਮਾਨ ਆ ਜਿਹੜੀ ਉਹ ਚਾਲੂ ਰੱਖੋ, ਉਸ ਤੋਂ ਬਾਅਦ ਜਿੱਦਾਂ ਬੀਜੇਪੀ ਦੇ ਕਈ ਅਹੁਦੇਦਾਰ ਆ, ਕੋਈ ਵੀ ਜਿਹੜਾ ਅੱਜ ਤੱਕ ਕਿਸਾਨੀ ਸੰਘਰਸ਼ ਦੇ ਵਿੱਚ ਨਹੀਂ ਦੇਖਿਆ ਗਿਆ, ਕੱਲ੍ਹ ਨੂੰ ਕਿਸਾਨ ਸਵਾਲ ਕਰਨਗੇ ਵੀ ਤੁਸੀਂ ਅੱਜ ਤੇ ਸਾਡੀ ਸਟੇਜ ਤੇ ਆ ਕੇ ਨਹੀਂ ਬੈਠੇ ਜਾਂ ਕੁਛ ਵੀ ਆ। ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਕਿਤੇ ਨਾ ਕਿਤੇ, ਕਾਂਗਰਸ ਵੀ ਕਿਤੇ ਨਾ ਕਿਤੇ, ਜਦੋਂ ਇਹਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ, ਪੰਜਾਬ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ, ਤਾਂ ਇਹ ਦੇਖਣ ਨੂੰ ਮਿਲਦੇ ਸੀਗੇ, ਚਾਹੇ ਕਿਸਾਨਾਂ ਤੋਂ ਵੱਖ ਹੋ ਕੇ ਬੈਠੇ ਹੁੰਦੇ ਸੀ, ਚਾਹੇ ਕੁਛ ਵੀ ਉਹਨਾਂ ਦੇ ਸਮਰਥਨ 'ਚ ਬੈਠੇ ਨਜ਼ਰ ਆਉਂਦੇ ਹੁੰਦੇ ਸੀ, ਪਰ ਬੀਜੇਪੀ ਦਾ ਇੱਕ ਵੀ ਵਰਕਰ ਆ ਜਿਹੜਾ ਉਹ ਬੈਠਾ ਨਹੀਂ ਦਿਸਿਆ। ਦੇਖੋ, ਜਿਹੜੀ ਤੁਸੀਂ ਬੈਠਣ ਦੀ ਗੱਲ ਕਰਦੇ ਆ, ਜਿਹੜੀ ਬੈਠਣ ਦੀ ਗੱਲ ਆ, ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿੱਥੇ ਝਗੜਾ ਲੱਗੇ ਨਾ ਕਿ ਜਾਣ ਦੇ ਨਾਲ ਕੋਈ ਝਗੜਾ ਹੋਏਗਾ, ਕਿਉਂਕਿ ਕਿਸਾਨਾਂ ਨੂੰ ਰਾਜਨੀਤਿਕ ਲੋਕਾਂ ਨੇ ਬਹੁਤ ਵਰਤਿਆ। ਕਿਸਾਨ ਤਾਂ ਵਿਚਾਰਾ ਇੱਕ ਭਲਾ ਸ਼ਰੀਫ ਜਿਹੜਾ ਪੂਰੀ ਮਿਹਨਤ ਕਰਦਾ, ਉਹਨੂੰ ਤਾਂ ਮਤਲਬ ਰਾਜਨੀਤੀ ਬਾਰੇ ਜਿਨ੍ਹਾਂ ਨੂੰ ਮਤਲਬ ਧਿਆਨ ਹੀ ਨਹੀਂ, ਉਹ ਤਾਂ ਆਪਣੇ ਦੇਸ਼ ਦੀ ਜਿਹੜੀ ਪੂਰੀ ਦੇਸ਼ ਦੀ ਰੀੜ੍ਹ ਦੀ ਹੱਡੀ ਆ ਕਿਸਾਨ, ਉਹਦਾ ਤਾਂ ਆਪਣੇ ਕੰਮ ਵਾਲਾ ਧਿਆਨ ਆ। ਕਦੀ ਕਣਕ ਬੀਜ ਲਈ, ਵੱਢ ਲਈ, ਝੋਨਾ ਬੀਜ ਲਿਆ, ਵੱਢ ਲਿਆ, ਆਪਣਾ ਖੇਤੀ ਤੋਂ ਬਿਨਾਂ, ਬੱਚਿਆਂ ਤੋਂ ਬਿਨਾਂ ਉਹਦਾ ਤਾਂ ਧਿਆਨ ਹੀ ਹੈ ਨਹੀਂ। ਦੇਖੋ, ਕਿਤੇ ਨਾ ਕਿਤੇ ਵੱਡੇ ਲੈਵਲ 'ਤੇ ਕਿਸਾਨਾਂ ਦੇ ਨਾਲ ਰਾਜਨੀਤੀ ਹੋਈ ਹੈ। ਔਰ ਜਿੱਥੋਂ ਤੱਕ ਬੈਠਣ ਦੀ ਗੱਲ ਕਰੀਏ, ਜੇ ਤੁਸੀਂ ਕਾਂਗਰਸ ਅਕਾਲੀ ਇਹਨਾਂ ਦੀ ਗੱਲ ਕਰਦੇ, ਇਹਨਾਂ ਨੇ ਵੱਡੇ ਲੈਵਲ 'ਤੇ ਕਾਂਗਰਸ ਨੇ, ਅਕਾਲੀਆਂ ਨੇ ਕਿਸਾਨਾਂ ਦੇ ਨਾਲ ਰਾਜਨੀਤੀ ਕੀਤੀ ਹੈ। ਮੰਨ ਕੇ ਚੱਲਦੇ, ਤੁਸੀਂ ਕਹਿੰਦੇ ਬੀਜੇਪੀ ਦਾ ਕੋਈ ਵੀ ਜਾਂ ਵਰਕਰ ਜਾਂ ਕੈਂਡੀਡੇਟ ਉੱਥੇ ਨਹੀਂ ਗਿਆ, ਉਹਦਾ ਜਾਣ ਦਾ ਇੱਕੋ ਇੱਕ ਕਾਰਨ ਸੀ ਕਿ ਜਿਹੜੇ ਸ਼ਰਾਰਤੀ ਲੋਕ ਆ ਵੀ ਉਹ ਕਿਤੇ ਸ਼ਰਾਰਤ ਕਰਵਾ ਕੇ ਕੋਈ ਮਤਲਬ ਫਸਾਦ, ਦੰਗਾ ਫਸਾਦ ਨਾ ਕਰਵਾ ਦੇਣ, ਵੀ ਜਿਹੜੀ ਸ਼ਾਂਤੀ ਉਹ ਬਣੀ ਰਹੇ। ਕਿਉਂਕਿ ਧਰਨਾ ਮਾਰਨਾ ਸੰਵਿਧਾਨਕ ਹੱਕ ਆ ਉਹ ਕਿਸਾਨਾਂ ਦਾ, ਸਾਰਿਆਂ ਦਾ। ਅਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਉਹਨਾਂ ਦੇ ਵਿੱਚ ਬੈਠਣ ਦੀ ਬਜਾਏ ਉਹਨਾਂ ਦੇ ਬਾਰੇ ਸੋਚਣਾ ਜ਼ਰੂਰੀ ਸੀ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਨੇ ਔਰ ਵੱਡੇ ਲੈਵਲ 'ਤੇ ਸੋਚਿਆ। ਔਰ ਤੁਹਾਨੂੰ ਬਹੁਤ ਜਲਦ ਇੱਕ ਖੁਸ਼ਖਬਰੀ ਮਿਲੇਗੀ ਕਿ ਕਿਸਾਨਾਂ ਦਾ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹ ਜਲਦ ਜਿਹੜੀ ਆ ਸਾਡੀ ਸਰਕਾਰ ਆ ਜਿਹੜੀ ਉਹ ਪੂਰੀਆਂ ਕਰ ਰਹੀ ਹੈ। ਔਰ ਬਾਕੀ ਜਿਹੜੀਆਂ ਕਿਸਾਨਾਂ ਨੂੰ ਪਤਾ ਵੀ ਹੈ ਕਿ ਬਾਕੀ ਪਾਰਟੀਆਂ ਨੇ ਉਹਨਾਂ ਦੇ ਨਾਲ ਸਿਆਸਤ ਕੀਤੀ ਹੈ ਔਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਹੱਕ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ 11-12 ਵਾਰ ਸਰਕਾਰ ਸਾਡੀ ਕਿਸਾਨਾਂ ਦੇ ਨਾਲ ਬੈਠ ਵੀ ਚੁੱਕੀ ਹੈ ਅਤੇ ਤਕਰੀਬਨ ਰੂਟੀਨ 'ਚ ਉਹਨਾਂ ਦੇ ਨਾਲ ਮੀਟਿੰਗਸ ਵੀ ਚੱਲ ਰਹੀਆਂ। ਤੁਸੀਂ ਦੇਖੋ, ਅੱਜ ਭਾਰਤੀ ਜਨਤਾ ਪਾਰਟੀ ਨੂੰ ਹੀ ਇਹਦਾ ਦੋਸ਼ੀ ਠਹਿਰਾ ਦਿੱਤਾ ਬਿੱਲਾਂ ਦਾ, ਜਦ ਕਿ ਜਦੋਂ ਬਿੱਲ ਪਾਸ ਕਰਨ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਦੇ ਵੀ ਉਹਦੇ 'ਤੇ ਸਾਈਨ ਨੇ, ਮੁੱਖ ਮੰਤਰੀ ਦਿੱਲੀ ਸੁਖਬੀਰ ਬਾਦਲ ਜੀ, ਹਰਸਿਮਰਤ ਕੌਰ ਬਾਦਲ ਅਕਾਲੀ ਦਲ, ਇਹਨਾਂ ਦੇ ਵੀ ਸਾਈਨ ਨੇ, ਅਤੇ ਕਾਂਗਰਸੀ ਜਿਹੜੇ ਵੱਡੇ ਲੀਡਰ ਨੇ ਜਿਨ੍ਹਾਂ ਦੀ ਸੰਵਿਧਾਨਕ ਤੌਰ 'ਤੇ ਜੋ ਹੁੰਦਾ ਹੀ ਹੈ ਸਿਸਟਮ ਹੈ, ਉਹ ਸਾਰਿਆਂ ਦੇ ਸਾਈਨ ਹੈ। ਜਦੋਂ ਇਹਨਾਂ ਨੂੰ ਲੱਗਾ ਕਿ ਪੁੱਠਾ ਪੰਗਾ ਪੈ ਗਿਆ ਵੀ ਇਹ ਤਾਂ ਯਾਰ ਕਿਸਾਨ ਭੜਕ ਗਏ, ਇਹ ਸਾਰੇ ਛੱਡ ਕੇ ਭੱਜ ਗਏ, ਕਿਸੇ ਨੇ ਪਾਰਟੀ ਅਲੱਗ ਕਰ ਲਈ, ਅਸਤੀਫਾ ਦੇ ਦਿੱਤਾ, ਕੁਛ ਹੋ ਗਿਆ, ਪਰ ਕਿਸਾਨ ਉਹਨਾਂ ਗੱਲਾਂ ਨੂੰ ਵੀ ਜਾਣਦੇ ਆ। ਜੇ ਤੁਸੀਂ ਅੱਜ ਦੇਖੋ, ਜੇ ਮਸਲਾ ਹੱਲ ਕਰ ਸਕਦੀ ਆ ਤਾਂ ਸੈਂਟਰ ਗੌਰਮੈਂਟ ਕਰ ਸਕਦੀ ਆ। ਕਾਂਗਰਸ ਦੇ ਕੋਲ ਤਾਂ ਪਾਵਰ ਹੀ ਹੈ ਨਹੀਂ, ਨਾ ਅਕਾਲੀਆਂ ਦੇ ਕੋਲ ਆ ਮਸਲਾ ਹੱਲ ਕਰਨ ਦੀ, ਨਾ ਆਪ ਦੇ ਕੋਲ ਆ। ਜਦੋਂ ਮਸਲਾ ਹੱਲ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਮੇਰੇ ਖਿਆਲ ਨਾਲ ਪਿੰਡਾਂ 'ਚ ਜਾਣ ਦਾ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਨਹੀਂ ਰਹੇਗਾ। ਸਾਰੇ ਇੱਕ ਦੂਸਰੇ ਦੇ ਨਾਲ ਰਲ ਮਿਲ ਕੇ ਰਹਿੰਦੇ। ਕਿਸਾਨਾਂ ਦੀ ਕੋਈ ਪਾਰਟੀ ਥੋੜ੍ਹੀ ਹੈ, ਕਿਸਾਨ ਤਾਂ ਸਾਰਿਆਂ ਦੇ ਨਾਲ ਨੇ। ਪਰ ਜੇ ਗੱਲ ਕਰੀਏ ਵੀ ਬਾਕੀ ਪਾਰਟੀਆਂ ਗਈਆਂ, ਤੁਸੀਂ ਕਹਿੰਦੇ ਵੀ ਜਾਣ ਨਾਲ ਮਸਲਾ ਵੱਧ ਸਕਦਾ ਜੀ, ਉੱਥੇ ਤਾਂ ਪੰਜਾਬੀ ਸਿੰਗਰ ਵੀ ਪਹੁੰਚੇ ਆ। ਜੇ ਗੱਲ ਕਰੀਏ ਖਾਨ ਸਾਹਿਬ ਵੀ ਜਾਇਆ, ਉਹ ਤੋਂ ਬਾਅਦ ਬੱਬੂ ਮਾਨ ਵੀ ਸਟੇਜਾਂ 'ਤੇ ਜਾ ਕੇ ਬਹੁਤ ਆ ਜਿਹੜਾ ਤੁਸੀਂ ਸੌਰੀ ਮੈਂ ਤੁਹਾਡੀ ਵਿੱਚ ਗੱਲ ਟੋਕੀ। ਤੁਸੀਂ ਬੱਬੂ ਮਾਨ ਦਾ ਨਾਂ ਲਿਆ। ਜਿਹੜਾ ਬੱਬੂ ਮਾਨ ਆ ਉਹ ਇੱਕ ਮਿਊਜ਼ਿਕ ਵਪਾਰੀ ਆ। ਉਹਦਾ ਜਾਣਾ ਵੈਸੇ ਹੀ ਮਤਲਬ ਇੱਕ ਉਹਦਾ ਆਪਣਾ ਜਾਣਾ ਹੀ ਆਪਣੇ ਜਦੋਂ ਸਿਸਟਮ ਨੂੰ, ਬਿਜ਼ਨਸ ਨੂੰ ਸੈੱਟ ਰੱਖਣਾ, ਉਹਦਾ ਜਾਣਾ ਬਣਦਾ ਹੀ ਸੀ, ਉਹਨੇ ਚੱਲ ਜਾਣਾ ਸੀ। ਸਾਰਿਆਂ ਨੂੰ ਪਤਾ ਸੀ ਕਿ ਉਹ ਮਿਊਜ਼ਿਕ ਜਿਹੜਾ ਉਹ ਕੰਪਨੀ ਵਗੈਰਾ ਚਲਾ ਰਿਹਾ, ਉਹਦੇ ਕਰਕੇ ਗਏ ਆ। ਜਦੋਂ ਇਹ ਕਹਿੰਦੇ ਕਿਸਾਨ ਤੇ ਮਜ਼ਦੂਰ ਏਕਤਾ, ਤੁਸੀਂ ਦੱਸੋ ਬੱਬੂ ਮਾਨ ਮਜ਼ਦੂਰਾਂ ਦੇ ਲਈ ਕਦੋਂ ਗਿਆ, ਕਿੱਥੇ ਗਿਆ, ਦੱਸੋ ਮੈਨੂੰ। ਕੋਈ ਮਤਲਬ ਦੱਸੋ ਇੱਕ ਵੀ। ਮੈਂ ਅੱਜ ਤੁਹਾਡੇ ਇੱਥੋਂ ਲਾਈਵ ਹੀ ਬੋਲ ਰਿਹਾ ਫਲੋਰ ਲਾਈਵ ਤੋਂ, ਕਿ ਮੈਨੂੰ ਦੱਸੋ ਬੱਬੂ ਮਾਨ ਕਿੱਥੇ, ਮਜ਼ਦੂਰਾਂ ਦੀ ਕਦੋਂ ਬੱਬੂ ਮਾਨ ਨੇ ਗੱਲ ਕੀਤੀ ਹੈ।
ਔਰ ਬੱਬੂ ਮਾਨ ਨੇ ਜਿਹੜੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਲਈ ਅਪਸ਼ਬਦ ਘਟੀਆ ਸ਼ਬਦਾਵਲੀ ਵਰਤੀ ਆ, ਔਰ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਉਹਨਾਂ ਨੂੰ, ਕਿਉਂਕਿ ਪ੍ਰਧਾਨ ਮੰਤਰੀ ਕਿਸੇ ਪਾਰਟੀ ਦੇ ਨਹੀਂ, ਜਦੋਂ ਪ੍ਰਧਾਨ ਮੰਤਰੀ ਬਣ ਜਾਂਦੇ ਆ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਆ ਔਰ ਪੂਰੇ ਦੇਸ਼ ਦੀ ਗੱਲ। ਸੋ ਸਾਨੂੰ ਉਹਨਾਂ ਦੇ ਲਈ ਰਿਸਪੈਕਟਡ ਜਿਹੜੇ ਸ਼ਬਦ ਉਹ ਵਰਤਣੇ ਚਾਹੀਦੇ ਆ। ਬੱਬੂ ਮਾਨ ਜੀ ਦਾ ਕੋਈ ਮੈਨੂੰ ਉੱਥੇ ਜਾਣਾ ਕੋਈ ਐਡਾ ਕੋਈ ਖਾਸ ਨਹੀਂ ਹੈਗਾ, ਉਹ ਸਿਰਫ ਆਪਣੇ ਜਿਹੜੀ ਉਹ ਕੰਪਨੀ ਜੀ ਚਲਾਉਂਦੇ ਆ, ਆਪਣਾ ਬਿਜ਼ਨਸ ਨੂੰ ਉਹ ਸੈੱਟ ਰੱਖਣ ਦੇ ਲਈ ਉੱਥੇ ਗਏ ਆ, ਔਰ ਵਿਦੇਸ਼ਾਂ ਵਿੱਚ ਵੀ ਜਾਂਦੇ ਆ, ਉੱਥੇ ਵੀ ਇਹਨਾਂ ਦੇ ਬਿਜ਼ਨਸ ਚੱਲਦੇ ਆ। ਉਹਨਾਂ ਨੂੰ ਪਤਾ ਜੇ ਨਹੀਂ ਜਾਂਦੇ ਤਾਂ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀ ਕਾਲ ਆ ਜਾਂ ਹਰ ਚੀਜ਼ ਜਿਹੜੀ ਹੁਣ ਤੁਹਾਨੂੰ ਪਤਾ ਕਿ ਮੀਡੀਆ ਦੇ ਰਾਹੀਂ ਹਰ ਬੰਦੇ ਕੋਲ ਪਹੁੰਚ ਰਹੀ ਆ, ਤੇ ਇਹਨਾਂ ਨੂੰ ਸੱਦੂ ਕੌਣ ਜੇ ਉੱਥੇ ਇਹਨਾਂ ਦੀ ਸਟੇਜ ਤੇ ਹਾਜ਼ਰੀ ਨਹੀਂ ਦੱਸਦੀ? ਤਾਂ ਇਹ ਸਿਰਫ ਆਪਣਾ ਬਿਜ਼ਨਸ ਚਲਾਉਣ ਦੇ ਲਈ ਜਾ ਰਹੇ ਆ, ਕੋਈ ਹਤੋਸ਼ੀ ਨਹੀਂ ਮੈਂ ਇਹਨਾਂ ਨੂੰ ਮੰਨਦਾ। ਅੱਛਾ ਰਣਜੀਤ ਪਵਾਰ ਜੀ, ਅਗਰ ਤੁਹਾਨੂੰ ਭਾਰਤੀ ਜਨਤਾ ਪਾਰਟੀ ਫਲੋਰ ਦੇ ਵਿੱਚ ਟਿਕਟ ਦਿੰਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਲੋਰ ਦੇ ਵਿੱਚ ਤੁਸੀਂ ਕਿਹੜੇ ਪਹਿਲ ਦੇ ਕਦਮਾਂ ਤੇ ਕੰਮ ਕਰੋ? ਦੇਖੋ, ਤਕਰੀਬਨ 10 ਕੁ ਸਾਲ ਤੋਂ ਮੈਂ ਅੰਬੇਡਕਰ ਫੋਰਸ ਪੰਜਾਬ ਇੱਕ ਨੌਨ ਪੋਲੀਟੀਸ਼ੀਅਨ ਦਲ ਆ ਜਿਹੜਾ ਉਹ ਚਲਾ ਰਿਹਾ। ਉਹਦੇ ਵਿੱਚ ਵੀ ਮੈਂ ਸਮਾਜ ਦੇ ਹਿੱਤਾਂ ਲਈ ਕੰਮ ਕਰਦਾ ਸੀ, ਸਮਾਜ ਦੇ ਖੇਤਰ ਦੇ ਵਿੱਚ ਅਸੀਂ ਕੰਮ ਕਰਦੇ ਸਾਰੇ। ਤੇ ਹੁਣ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ, ਔਰ ਜੇ ਮੈਨੂੰ ਪਾਰਟੀ ਮੌਕਾ ਦਿੰਦੀ ਹੈ ਤਾਂ ਜਿਹੜੇ ਮੈਂ ਪਹਿਲਾਂ ਕੰਮ ਕਰਦਾ ਸੀ ਸਮਾਜ ਸੇਵੀ, ਤਾਂ ਉਹ ਪਾਰਟੀ ਦੇ ਵਿੱਚ ਮੈਂ ਹੋਰ ਵੱਧ ਚੜ੍ਹ ਕੇ ਕਰਾਂਗਾ ਸਮਾਜ ਦੇ ਖੇਤਰ ਵਿੱਚ ਕੰਮ। ਜ਼ਿਲ੍ਹਾ ਜਲੰਧਰ ਤੋਂ 22 ਦਿਹਾਤੀ ਪ੍ਰਧਾਨ ਰਣਜੀਤ ਪਵਾਰ ਜੀ, ਇਹਨਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਨਵੇਂ ਚਿਹਰੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਜਦ ਤੱਕ ਦੇ ਦਿਓ ਇਜਾਜ਼ਤ। सत श्री अकाल। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।